ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅਸੀਂ ਕੱਲ੍ਹ ਦੇ ਦਿਨ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਬਿਰਾਜਮਾਨ ਹੋ ਕੇ ਸਾਰੀਆਂ ਸੰਗਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਨੰਦਪੁਰ ਤੋਂ ਲੈ ਕੇ ਸਾਰੇ ਪਰਿਵਾਰ ਸਮੇਤ, ਬੱਚਿਆਂ ਸਮੇਤ, ਗੁਰਸਿੱਖਾਂ ਸਮੇਤ, ਪੰਜ ਪਿਆਰਿਆਂ ਸਮੇਤ ਜੋ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਲੈ ਕੇ ਵਾਹਿਗੁਰੂ ਵਾਹਿਗੁਰੂ ਠੀਕ ਆ, ਬਸ ਕੋਈ ਨਹੀਂ, ਇਹਨੂੰ ਥੋੜ੍ਹਾ ਜਿਹਾ ਕੱਸ ਦਿਓ। ਆਨੰਦਪੁਰ ਦਾ ਕਿਲ੍ਹਾ ਛੱਡਣ ਤੋਂ ਲੈ ਕੇ ਸਰਸਾ ਨਦੀ ਦੇ ਪਰਿਵਾਰ ਵਿਛੋੜਾ ਔਰ ਉਧਰਲੇ ਪਾਸੇ ਚਮਕੌਰ ਸਾਹਿਬ ਦਾ ਸਾਰਾ ਵਾਕਿਆ ਸਾਕਾ, ਔਰ ਉਸ ਤੋਂ ਬਾਅਦ ਕੌਂਬੇ ਮਾਸ਼ਕੀ ਦੀ ਝੁੱਗੀ ਦੇ ਵਿੱਚ ਇੱਕ ਪਰਿਵਾਰ ਦਾ ਮਾਤਾ ਗੁਜਰੀ ਜੀ ਔਰ ਸਾਹਿਬਜ਼ਾਦੇ ਛੋਟੇ, ਉਹ ਹਿੱਸਾ, ਔਰ ਉਸ ਤੋਂ ਬਾਅਦ ਗੰਗੂ ਦੇ ਘਰ ਜਾਣਾ ਔਰ ਫਿਰ ਮੋਰਿੰਡੇ ਦੀ ਜੇਲ੍ਹ ਦੇ ਵਿੱਚ ਇੱਕ ਰਾਤ ਕੱਟਣੀ ਔਰ 3 ਰਾਤਾਂ ਠੰਡੇ ਬੁਰਜ ਦੇ ਵਿੱਚ ਕੱਟਣੀਆਂ, ਔਰ ਉਸ ਤੋਂ ਬਾਅਦ ਜ਼ਾਲਮਾਂ ਨੇ ਨਿੱਕੀਆਂ ਸੀ ਜਿੰਦਾਂ ਨੂੰ, ਛੋਟੇ ਸਾਹਿਬਜ਼ਾਦਿਆਂ ਨੂੰ, ਬਹੁਤ ਛੋਟੇ, ਜਿਨ੍ਹਾਂ ਦੀ ਉਮਰ ਇੰਨੀ ਸੀ ਕਿ ਉਹ ਦੁੱਧ ਚੁੰਘਣ ਦੇ ਸਮੇਂ ਦੇ ਵਿੱਚ ਉਸ ਅਵਸਥਾ ਦੇ ਵਿੱਚ ਸੀ, ਤੋ ਉਹਨਾਂ ਨਿੱਕੀਆਂ ਨਿੱਕੀਆਂ ਜਿੰਦਾਂ ਨੂੰ ਜ਼ਾਲਮਾਂ ਨੇ ਆਪਣੇ ਜ਼ੁਲਮ ਦੇ ਨਾਲ ਅਨੇਕ ਤਸੀਹੇ ਦੇ ਕੇ, ਕਠੋਰ ਤਸੀਹੇ ਦੇ ਕੇ ਨੀਹਾਂ ਦੇ ਵਿੱਚ ਚਿਣਾ ਕੇ ਸ਼ਹੀਦ ਕਰ ਦਿੱਤਾ। ਇਹ ਆਪਾਂ 31 ਤਰੀਕ ਤੱਕ 30 ਤਰੀਕ ਤੱਕ ਇਹ ਸਾਰੇ ਦਾ ਸਾਰਾ ਇਤਿਹਾਸ ਜਿਹੜਾ ਹੈ ਆਪਾਂ ਸਰਵਣ ਕਰਨਾ ਹੈ। ਤੋ ਸਾਧ ਸੰਗਤ ਜੀ, ਗੁਰੂ ਸਾਹਿਬ ਦੇ ਛੋਟੇ ਜਿਹੇ ਸਾਹਿਬਜ਼ਾਦਿਆਂ ਨੇ ਆਪਣੀ ਸ਼ਹਾਦਤ ਦੇ ਦਿੱਤੀ, ਪਰ ਧਰਮ ਨਹੀਂ ਹਾਰਿਆ, ਮੁਸਲਮਾਨ ਧਰਮ ਨਹੀਂ ਕਬੂਲ ਕੀਤਾ। ਔਰ ਉਧਰਲੇ ਪਾਸੇ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਤੇ ਜੁਝਾਰ ਸਿੰਘ ਨੇ ਜੰਗੇ ਮੈਦਾਨ ਦੇ ਵਿੱਚ ਲੜਦੇ ਹੋਏ ਆਪਣੀਆਂ ਸ਼ਹੀਦੀਆਂ ਜਿਹੜੀਆਂ ਸੀ ਉਹ ਦੇ ਦਿੱਤੀਆਂ। ਸਾਧ ਸੰਗਤ ਜੀ, ਐਸੀ ਵੀਰਤਾ, ਐਸੀ ਬਹਾਦਰੀ, ਐਸੀ ਸੂਰਬੀਰਤਾ ਹਰ ਬੰਦਾ ਸੰਸਾਰ ਦੇ ਵਿੱਚ ਨਹੀਂ ਕਰ ਸਕਦਾ। ਕੌਣ ਕਰਦਾ ਹੈ? ਕੌਣ ਇਹ ਸ਼ਹਾਦਤ ਨੂੰ ਪ੍ਰਾਪਤ ਹੁੰਦਾ ਹੈ? ਕੌਣ ਇਹ ਸ਼ਹੀਦੀ ਦਾ ਜਾਮ ਜਿਹੜਾ ਹੈ ਪੀ ਸਕਦਾ ਹੈ? ਉਹਦੀ ਕੈਸੀ ਅਵਸਥਾ ਹੁੰਦੀ ਹੈ ਕਿ ਉਹ ਨਿਡਰ ਹੋ ਕੇ, ਨਿਰਭੈ ਹੋ ਕੇ, ਨਿਰਵੈਰ ਹੋ ਕੇ, ਆਪਣੀ ਜਿੰਦ ਦੀ ਪਰਵਾਹ ਨਾ ਕਰਦਾ ਹੋਇਆ ਆਪਣੇ ਧਰਮ ਦੇ ਉੱਤੇ ਆਪਣੀ ਜਾਨ ਨਿਸ਼ਾਵਰ ਕਰ ਦਿੰਦਾ ਹੈ। ਤੋ ਸਾਧ ਸੰਗਤ ਜੀ, ਸਤਿਗੁਰੂ ਬਖਸ਼ਿਸ਼ ਕਰਦੇ ਹੈ ਕਿ ਭਾਈ ਉਹੀ ਗੁਰਮੁਖ ਪਿਆਰੀ ਰੂਹ ਜਿਹੜੀ ਪ੍ਰਮਾਤਮਾ ਦੇ ਰੰਗ ਦੇ ਵਿੱਚ ਰੰਗੀ ਹੋਈ ਹੈ, ਉਹ ਐਸੀ ਅਵਸਥਾ ਨੂੰ, ਸ਼ਹਾਦਤ ਦੇ ਜਾਮ ਨੂੰ ਪੀ ਸਕਦੀ ਹੈ। ਵਰਨਾ ਸੰਸਾਰ ਦਾ ਕੋਈ ਵੀ ਐਸਾ ਮਨੁੱਖ ਨਹੀਂ ਹੈ ਕਿ ਏਡੇ ਜ਼ਾਲਮ ਤਰੀਕੇ ਨਾਲ ਤਸੀਹੇ ਦਿੱਤੇ ਜਾਣ ਔਰ ਫਿਰ ਈਣ ਨਾ ਮੰਨੀ ਜਾਵੇ, ਆਪਣਾ ਧਰਮ ਨਾ ਛੱਡਿਆ ਜਾਵੇ। ਮੁਸਲਮਾਨ ਜੋ ਜ਼ੋਰ ਲਾ ਕੇ ਥੱਕ ਗਏ, ਉਹਨਾਂ ਦਾ ਧਰਮ ਨਹੀਂ ਕਬੂਲ ਕੀਤਾ, ਔਰ ਅਸੀਂ ਨਿੱਕੇ ਨਿੱਕੇ ਸਾਹਿਬਜ਼ਾਦਿਆਂ ਨੇ ਆਪਣਾ ਧਰਮ ਨਹੀਂ ਛੱਡਿਆ। ਤੇ ਗੁਰੂ ਸਾਹਿਬ ਕੀ ਕਹਿੰਦੇ ਆ? ਕੌਣ ਕਰ ਸਕਦਾ ਹੈ? ਜਾ ਕੋ ਰੰਗ ਲਾਗੋ, ਜਾ ਕੋ ਹਰ ਰੰਗ ਲਾਗੋ, ਇਸ ਯੁਗ ਮੈਂ ਸੋ ਕਈਅਤ ਹੈ ਸੂਰਾ, ਆਤਮ ਜਿਣੈ ਸਗਲ ਵਸਤਾ ਕੈ, ਜਾ ਕਾ ਸਤਿਗੁਰ ਪੂਰਾ। ਹੁਣ ਸਤਿਗੁਰੂ ਪੰਚਮ ਪਾਤਸ਼ਾਹ ਜੀ ਧਨਾਸਰੀ ਮਹੱਲਾ 5ਵਾਂ ਧਨਾਸਰੀ ਰਾਗ ਦੇ ਵਿੱਚ ਇਹ ਸ਼ਬਦ ਉਚਾਰਨ ਕਰਦੇ ਔਰ ਸਾਨੂੰ ਬਖਸ਼ਿਸ਼ ਕਰਦੇ ਹੈ ਕਿ ਭਾਈ ਸੰਸਾਰ ਦੇ ਵਿੱਚ ਜਿਹੜਾ ਸੂਰਾ ਹੈ ਉਹ ਕੌਣ ਹੈ, ਕੈਸਾ ਹੈ? ਤੇ ਗੁਰੂ ਸਾਹਿਬ
अपनी बाणी दे विच उचारण करते हैं कि जा को हर रंग लागो, जिस रूह नूं परमात्मा दा रंग लग गया, परमात्मा दी मस्ती चढ़ गई, परमात्मा दा नाम उहदे हिरदे दे विच समा गया, उही गुरमुख प्यारी रूह जिहड़ी है ना उहनूं सूरा कहा जाता है। तो साध संगत जी, गुरु साहब तो ये गल कहते हैं और कबीर साहब भी सानू ये गल दसदे है कि सूरा कौन है। तो कबीर साहब ने अपने शब्द के विच विचार किया है कि सूरा सो पहचानिए जो लवे दीन के हेत, पुरजा पुरजा कट मरै कबू न छाड़े खेत। गुरु साहब ने कहा कि जा को हर रंग लागो, इस युग में वही सूरा है। तो कबीर साहब ने सूरे की पहचान दसी है कि जो सूरा है, सूरा सो पहचानिए जो लड़ै दीन के, जो धर्म की खातर, जो सच धर्म की खातर, जो परमात्मा के धर्म की खातर। साडे धर्म चलाए हुए वक्री चीज़ है, परमात्मा का धर्म एक अलग चीज़ है जिस दे नाल सारी सृष्टि चल रही है। वो सच धर्म की खातर जिहड़ी भी गुरमुख रूह जिहड़ी है, जिसनों परमात्मा का रंग लग्या होया है, वो रूह अपनी शहादत का जाम पी जाती है। वो धर्म के बदले किसी की ईण नहीं मनती, अपने धर्म को हमेशा कायम रखती है। उसनूं कहते हैं सूरा। सूरा सो पहचानिए जो लड़ै दीन के हेत, पुरजा पुरजा कट मरै कबू न छाड़े खेत। ते गुरु साहब बख्शिश करते हैं भाई, जिसनूं परमात्मा का रंग लग्या होया वो रूह ही इस अवस्था, इस शहादत के जाम नूं पी सकती है। दूजे आम संसार के लोग जिहड़े है ना, मायाधारी लोग जिहड़े है, संसारी लोग जिहड़े है, वो तो गुरु साहब की गुरबाणी ये बख्शिश करती है कि मायाधारी अत अन्ना बोला, निडर नहीं डरपोक। मायाधारी जिहड़ा संसारी बंदा है वो अन्ना बोला तो है ही है, नाल डरपोक भी है। मोह का मारिया होया, ममता का मारिया होया। तो गुरु साहब कहते भाई वो बंदा जिहड़ा ना कदे भी ऐसी अवस्था दे विच धर्म की खातर अपना कुटुंब नहीं छड्ड सकदा, अपना धन नहीं छड्ड सकदा, अपना जायदाद का प्यार नहीं छड्ड सकदा। उसनूं संसार के नाल, माया के नाल प्यार हुंदा है। और जिहड़े सूरबीर योधे हुंदे आ ना, जिन्होंने परमात्मा का रंग लगता, वो परमात्मा के नाम लई, परमात्मा के सच लई, परमात्मा के धर्म लई अपनी जान निछावर कर देंगे हैं। क्यों? क्योंकि गुरु साहब ने सानू बख्शिश की हुई है, खालसा अकाल पुरख की फौज, प्रगटियो खालसा परमात्म की मौज। खालसा जिहड़ा ना, ਜਾਂ ਜਿਹਨੂੰ ਅਸੀਂ ਸਿੰਘ ਕਹਿੰਦੇ ਆ, ਜਿਹੜਾ ਖਾਲਸਾ है, जो खालस हो गया, ਜਿਹੜਾ परमात्मा दे नाम दे विच रंग दे विच रंग के अपनी रूह नूं खालस कर लिया और परमात्मा नाल जोड़ लिया। वो खालसा परमात्मा की फौज है। परमात्मा ने उस नूं इसे वास्ते ये रंग लाया है, जा को हर रंग लागो। इस युग में ये रंग इस करके लाया है कि वो परमात्मा के धर्म की रक्षा करने वास्ते परमात्मा ने निमित्त किया होया खालसे का। इस करके साहिब श्री गुरु गोबिंद सिंह जी सानू बख्शिश करते हैं भाई, खालसा अकाल पुरख की फौज। जिहड़े निंग सिंह असीं कहने ना, जां जिहड़े अमृतधारी सिंह है, जां जिहड़े सिख भी है, अनेक युद्धां दे विच, छेवें पातशाह दे विच युद्ध दे विच भी ऐसे सहजधारी सिंह भी जिहड़े सिख सी, जिहड़े परमात्मा नाल जुड़ियां हुई रूहां सी, वो भी लड़ते रहे हैं। और जो साहिब श्री गुरु गोबिंद सिंह जी ने इन्हां सिखां नूं अमृत छका के सिंह बना दिता, खालसा बना दिता, उदों ये खालसे जिहड़े है गुरु साहब ने फिर अपनी बाणी दे विच उचारण किया कि ये खालसा अकाल पुरख की फौज है। तो साध संगत जी, गुरु साहब बख्शिश करते हैं भी ये रंग भाई किस नूं लगदा ते किवें सूरा बनदा है।
ਆਪਾਂ ਕੁਛ ਮਿੰਟ ਵਾਸਤੇ ਬਸ 5-7 ਮਿੰਟ ਹੋਰ ਲੈਣੇ ਆ, ਮੈਂ ਜ਼ਿਆਦਾ ਨਹੀਂ ਲਊਂਗਾ। ਗੁਰੂ ਸਾਹਿਬ ਕਹਿੰਦੇ ਆ ਕਿ ਆਤਮ ਜਿਣੈ ਸਗਲ ਵਸਤਾ ਕੈ, ਜਾ ਕਾ ਸਤਿਗੁਰ ਪੂਰਾ। ਜਿਹਨੂੰ ਰੰਗ ਲੱਗਦਾ ਨਾ ਪਰਮਾਤਮਾ ਦਾ, ਉਹ ਇਸ ਯੁੱਗ ਦੇ ਵਿੱਚ ਸੂਰ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਵੀ ਜਿਹੜਾ ਉਹ ਆਤਮ ਜਿਣੇ ਆਪਣੀ ਆਤਮਾ ਦੇ ਆਧਾਰ ਤੇ ਆਪਣੀ ਆਤਮਾ ਨੂੰ ਪਰਮਾਤਮਾ ਦੇ ਸ਼ਰਨ ਕਰਕੇ ਨਾਮ ਸਿਮਰਨ ਕਰਦਾ ਹੋਇਆ, ਪਰਮਾਤਮਾ ਦਾ ਜਸ ਕਰਦਾ ਹੋਇਆ, ਪਰਮਾਤਮਾ ਦੀ ਸਿਫਤ ਕਰਦਾ ਹੋਇਆ ਜਿਹੜਾ ਬੰਦਾ ਆਪਣਾ ਜੀਵਨ ਜਿਉਂਦਾ ਹੈ, ਉਹਦੇ ਸਾਰਾ ਕੁਝ ਸਗਲ ਸਾਰੀ ਸ੍ਰਿਸ਼ਟੀ ਵੱਸ ਹੋ ਜਾਂਦੀ ਹੈ। ਕਿਉਂ? ਕਿਉਂਕਿ ਗੁਰੂ ਸਾਹਿਬ ਕਹਿੰਦੇ ਆ ਜਾ ਕਾ ਸਤਿਗੁਰ ਪੂਰਾ। ਕਿਉਂਕਿ ਉਸਨੇ ਜਿਸ ਪਰਮਪਿਤਾ ਪਰਮਾਤਮਾ ਤੋਂ, ਜਿਸ ਸਤਿਗੁਰੂ ਤੋਂ ਨਾਮ ਦੀ ਪ੍ਰਾਪਤੀ ਕੀਤੀ ਹੈ, ਉਹ ਪਰਮਪਿਤਾ ਪਰਮਾਤਮਾ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ। ਉਹ ਸਤਿਗੁਰੂ ਸਾਰਿਆਂ ਨੂੰ ਜੀਵਨ ਦੇਣ ਵਾਲਾ ਹੈ। ਉਹ ਸਤਿਗੁਰੂ ਸਾਰੀ ਸ੍ਰਿਸ਼ਟੀ ਨੂੰ ਵਿਨਾਸ਼ ਕਰਨ ਵਾਲਾ ਹੈ ਔਰ ਸਾਰੀ ਸ੍ਰਿਸ਼ਟੀ ਦੇ ਉੱਤੇ ਪਾਲਣ ਵਾਲਾ ਕਾਰਨ ਕਰਤਾ ਹੈ। ਯਾਨੀ ਸਭ ਕੁਝ ਪਰਮਾਤਮਾ ਦੇ ਵੱਸ ਔਰ ਪਰਮਾਤਮਾ ਦਾ ਸਰੂਪ ਹੀ ਸਤਿਗੁਰੂ ਹੁੰਦਾ ਹੈ। ਗੁਰੂ ਸਾਹਿਬ ਕਹਿੰਦੇ ਆ ਤਾਂ ਕਾ ਸਤਿਗੁਰ ਪੂਰਾ। ਗੁਰੂ ਸਾਹਿਬ ਕਹਿੰਦੇ ਨਾ ਪੂਰਾ ਪ੍ਰਭ ਅਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਜਿਹਨੇ ਪੂਰੇ ਨੂੰ ਗੁਣ ਗਾਏ, ਪੂਰੇ ਦਾ ਨਾਮ ਲੈ ਕੇ ਉਹਦੀ ਆਰਾਧਨਾ ਕੀਤੀ, ਉਹਨੂੰ ਪਰਮਾਤਮਾ ਪੂਰਨ ਪਰਮਾਤਮਾ ਪ੍ਰਾਪਤ ਹੋ ਗਿਆ। ਤੇ ਪੰਚਮ ਪਾਤਸ਼ਾਹ ਜੀ ਨੇ ਨਾਲ ਇਹੀ ਕਿਹਾ ਹੈ, ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰਦੇ। ਉਹਦੇ ਅੰਤਰ ਹਿਰਦੇ ਦੇ ਵਿੱਚ ਪਰਮਾਤਮਾ ਦਾ ਵਾਸਾ ਹੋ ਜਾਂਦਾ। ਔਰ ਜਦੋਂ ਉਸ ਪਰਮਾਤਮਾ ਦਾ ਵਾਸਾ ਹੋ ਜਾਂਦਾ ਨਾ, ਤੇ ਉਦੋਂ ਉਹ ਰੂਹ ਜਿਹੜੀ ਹੈ ਨਿਰਭੈ ਹੋ ਜਾਂਦੀ ਹੈ, ਅਡੋਲ ਹੋ ਜਾਂਦੀ ਹੈ, ਨਿਰਵੈਰ ਹੋ ਜਾਂਦੀ ਹੈ, ਉਹ ਸਤਨਾਮ ਦੀ ਪਿਆਰੀ ਹੋ ਜਾਂਦੀ ਹੈ। ਔਰ ਉਹ ਰੂਹ ਜਿਹੜੀ ਹੈ ਪਰਮ ਪਿਤਾ ਪਰਮਾਤਮਾ ਦੀ ਸੇਵਕ ਹੋ ਕੇ ਪਰਮਾਤਮਾ ਦਾ ਨਾਮ ਸਿਮਰਨ ਕਰਦੀ ਹੋਈ ਸੰਸਾਰ ਦੇ ਉੱਤੇ ਆਪਣਾ ਜੀਵਨ ਜਿੰਦੀ ਹੈ। ਉਹੀ ਬੰਦਾ ਜਿਹੜਾ ਹੈ ਉਹੀ ਸੂਰਾ ਗਿਣਿਆ ਜਾਂਦਾ। ਜਿਸ ਨੂੰ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਉਹ ਵੀ 5 ਦੂਤਾਂ ਨਾਲ ਲੜਾਈ ਕਰਕੇ ਫਿਰ ਪਰਮਾਤਮਾ ਦੇ ਨਾਮ ਦਾ ਅੰਮ੍ਰਿਤ ਪੈਦਾ ਕਰਦਾ ਹੈ ਆਪਣੇ ਹਿਰਦੇ ਦੇ ਵਿੱਚ। ਔਰ ਉਸ ਅੰਮ੍ਰਿਤ ਰਸ ਦੇ ਵਿੱਚ ਭਿੱਜਿਆ ਹੋਇਆ ਉਹ ਮਨੁੱਖ, ਉਹ ਰੂਹ ਪਰਮਾਤਮਾ ਦੀ ਸ਼ਰਨ ਹੋ ਕੇ ਪਰਮਾਤਮਾ ਦੇ ਦਰਸ ਧਾਰੇ ਕਰਦੀ ਹੈ। ਤੇ ਫਿਰ ਪਰਮਪਿਤਾ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਕਿ ਉਸ ਨੂੰ ਐਸੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਕਿ ਉਹ ਨਿਰਭਉ, ਨਿਰਵੈਰ, ਨਿਡਰ, ਮੌਤ ਤੋਂ ਕੋਈ ਭੈ ਨਹੀਂ ਰਹਿੰਦਾ ਉਸ ਨੂੰ। ਔਰ ਮੌਤ ਨਾਲ ਉਹ ਖੇਲਾਂ ਕਰਦਾ, ਮੌਤ ਨਾਲ ਉਹ ਗੱਲਾਂ ਕਰਦਾ। ਇਸ ਤਰ੍ਹਾਂ ਦੇ ਪਿਆਰੇ ਹੀ ਹਮੇਸ਼ਾ ਪਰਮਾਤਮਾ ਦੇ ਦਰਬਾਰ ਦੇ ਵਿੱਚ ਸੂਰੇ ਗਿਣੇ ਜਾਂਦੇ ਆ। ਔਰ ਜਿਹੜੇ ਇਸ ਤਰ੍ਹਾਂ ਦੀ ਸ਼ਹਾਦਤ ਪੀ ਜਾਂਦੇ ਆ, ਉਹਨਾਂ ਦਾ ਵਾਸਾ ਜਿਹੜਾ ਪਰਮਾਤਮਾ ਦੇ ਸੱਚਖੰਡ ਦੇ ਉੱਤੇ ਪਰਮਾਤਮਾ ਦੀ ਸ਼ਰਨ ਨਾਲ, ਪਰਮਾਤਮਾ ਦੀ ਕਿਰਪਾ ਦੇ ਨਾਲ, ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਉਹਨਾਂ ਰੂਹਾਂ ਦਾ ਪਰਮਾਤਮਾ ਦੇ ਦੁਆਰੇ ਦੇ ਉੱਤੇ, ਸੱਚਖੰਡ ਦੇ ਉੱਤੇ ਉਹਨਾਂ ਦਾ ਆਸਣ ਹੁੰਦਾ ਹੈ। ਔਰ ਉਹਨਾਂ ਦਾ ਮਿਲਣ ਪਰਮਾਤਮਾ ਨਾਲ ਹੋਇਆ ਰਹਿੰਦਾ ਔਰ ਪਰਮਾਤਮਾ ਦੇ ਦਰਸ਼ਦਾਰੇ ਕਰਦੇ। ਤੋ ਗੁਰੂ ਸਾਹਿਬ ਕਹਿੰਦੇ ਆ ਭਾਈ, ਠਾਕੁਰ ਗਾਈਏ ਆਤਮ ਰੰਗ। ਭਾਈ ਪਰਮਾਤਮਾ ਨੂੰ ਆਪਣੇ ਆਤਮਾ ਦੇ ਰੰਗ ਦੇ ਵਿੱਚ ਗਾਓ। ਆਤਮਾ ਤੋਂ ਪ੍ਰੇਮ ਕਰਕੇ, ਆਤਮਾ ਨੂੰ ਭਿੱਜ ਕੇ ਪਰਮਾਤਮਾ ਦਾ ਨਾਮ ਗਾਓ। ਅਸੀਂ ਆਏ ਨਹੀਂ ਵੈਗਰੂ 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 ਕਹੇ ਗਏ ਤੇ ਪਤਾ ਹੀ ਨਹੀਂ ਵੀ ਕਿੱਥੇ ਕਹੀ ਜਾਂਦੇ। ਨਹੀਂ, ਸੁਰਤੀ ਜੋੜ ਕੇ ਆਤਮ ਰੰਗ ਦੇ ਵਿੱਚ ਠਾਕੁਰ ਗਾਈਏ ਆਤਮ ਰੰਗ, ਸਰਣੀ ਪਾਵਨ ਨਾਮ ਧਿਆਵਨ। ਆਪਣੇ ਆਪ ਨੂੰ ਸਰਨੀ ਪਾ ਦਿਓ, ਪਰਮਾਤਮਾ ਦੇ ਨਾਮ ਧਿਆਵਨ ਕਰੋ, ਮਤਲਬ ਉਸ ਦਾ ਪਰਮਾਤਮਾ ਦਾ ਨਾਮ ਸਿਮਰਨ ਕਰਦੇ ਰਹੋ। ਤੇ ਗੁਰੂ ਸਾਹਿਬ ਕਹਿੰਦੇ ਆ ਸਹਿਜ ਸਮਾਵਣ ਸੰਗ। ਉਹ ਰੂਹਾਂ ਪਰਮਾਤਮਾ ਦੇ ਸੰਗ ਸਹਿਜ ਦੇ ਵਿੱਚ ਹੀ ਸਮਾ ਜਾਂਦੀਆਂ। ਕੋਈ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ, ਕੋਈ ਜ਼ਿਆਦਾ ਕਸ਼ਟ ਨਹੀਂ ਝੱਲਣਾ ਪੈਂਦਾ। ਪਰਮਾਤਮਾ ਉਹਨਾਂ 'ਤੇ ਖੁਸ਼ ਹੋ ਕੇ ਉਹਨਾਂ ਨੂੰ ਆਪਣੀ ਜੋਤ ਦੇ ਵਿੱਚ ਅਭੇਦ ਕਰ ਲੈਂਦਾ, ਆਪਣੇ ਨਾਲ ਮਿਲਣ ਕਰ ਲੈਂਦਾ। ਤੇ ਗੁਰੂ ਸਾਹਿਬ ਕਹਿੰਦੇ ਆ ਕਿ ਜਨ ਕੇ ਚਰਨ ਵਸੈ ਮੇਰੇ ਹੀਰੇ। ਐਸੇ ਪਰਮਾਤਮਾ ਗੁਰੂ ਸਾਹਿਬ ਹੁਣ ਸਾਹਿਬ ਸ੍ਰੀ ਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਕਿ ਐਸੇ ਗੁਰਮੁਖ ਪਿਆਰੇ ਦੇ ਚਰਨ ਜਿਹੜੇ ਆ ਨਾ, ਉਹ ਮੇਰੇ ਹਿਰਦੇ ਦੇ ਵਿੱਚ ਵਸਦੇ ਆ, ਮੈਨੂੰ ਬੜਾ ਪਿਆਰਾ ਲੱਗਦਾ। ਤੇ ਸੰਗ ਪੁਨੀਤਾ ਦੇਹੀ, ਉਹਦੀ ਪੁਨੀਤ ਦੇਹੀ ਵੀ ਜਿਹੜੀ ਪਵਿੱਤਰ ਦੇਹ ਹੈ ਨਾ, ਨਿਰਮਲ ਦੇਹ ਹੋ ਗਈ ਹੈ। ਮਨ ਤਾਂ ਨਾਮ ਸਿਮਰਨ ਕਰਿਆ ਨਿਰਮਲ ਹੁੰਦਾ ਹੀ ਹੁੰਦਾ ਹੈ। ਦੇਹ ਵੀ ਜਿਹੜੀ ਆ ਉਹ ਪੁਨੀਤ ਹੋ ਜਾਂਦੀ ਆ, ਪਵਿੱਤਰ 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 ਹੋ ਜਾਂਦੀ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਵੀ ਇਹ ਬਈ ਮੈਨੂੰ ਬੜੀ ਪਿਆਰੀ ਲੱਗਦੀ ਹੈ।
ਤੇ ਗੁਰੂ ਸਾਹਿਬ ਅਖੀਰ ਦੇ ਉੱਤੇ ਇਹ ਬਚਨ ਕਰਦੇ ਹੈ ਕਿ ਜਨ ਕੀ ਧੂਰ ਦਿਓ ਕਿਰਪਾ ਨਿਧ, हे परम पिता परमात्मा ऐसे जन दी, ऐसे प्यारे दी, ऐसा गुरमुख प्यारा जिहड़ा तुहाडी शरण दे विच होया है, मैनू उस दे चरनां दी धूर वड्डिओ। यानी गुरु साहब ये बख्श आया कि जिहड़ा परमात्मा नाल जुड़ जाता है, जिहड़ी रूह परमात्मा दा प्यार दे विच आ जाती है, जिहड़ी रूह परमात्मा दे नाल संग हो जाती, अंग संग एक हो जाता आत्मा और परमात्मा, उस रूह दे मैनू सच्चे पातशाह किरपा करो, उहदे चरनां दी धूड़ मैनू बख्शिश करो। गुरु साहब पंचम पातशाह जी परमात्मा नूं ये गल कह रहे हैं। नानक कै सुख एही, पंचम पातशाह जी गुरु नानक देव जी की मोहर लगा के ये कहते हैं कि भाई नानक पंचम पातशाह ने गुरु नानक देव जी की मोहर लगाई है कि गुरु नानक देव जी पंजवें गुरु नानक देव जी ये कहते हैं कि मैनू सुख यही है कि जो असी किसी गुरु प्यार वाली रूह की चरनां की धूड़ मंगांगे, किसी गुरु प्यार वाले रूह की संगत मंगांगे, संगत मिलेगी सानू, तो उदों मतलब साडे ते किरपा यही होएगी कि परमात्मा सानू खुश साडे ते किरपा करेगा। ये गुरु साहब सानू बख्शिश करते हैं। यानी गुरु साहब ने आप मंगया ना, वो साडे वास्ते ये वचन कीते कि असी मंगीए परमात्मा तो। सच्चे पातशाह तो ये बेनती असी मंगीए कि जन के चरण वसै मेरे हीरे, संग पुनीता देही। ਜਿਹੜੀਆਂ गुरमुख रूहां किसी साडी साध संगत नूं जां गुरु प्यार वाली रूहां नूं मिलदियां ना, संगत गुरु प्यार वाली रूह के दर्शन हुंदे आ, उदों मतलब ये जिहड़ी है साडे ते भी परमात्मा की किरपा हो जाती है। इस करके मतलब गुरमुख प्यारे जिहड़े अज वो इस तरह नाल जे परमात्मा दा बख्शिश मंगण की जन के चरण वसै मेरे हीरे, संग पुनीता देही, जन की धूर देओ कृपा निध, नानक कै सुख एही। तो साथ संगत जी समा जिन्ना क मिलिया सी उन्ना क समा हो चुकिया है और होर 2 मिनट ਦੀ ਬਖਸ਼ਿਸ਼ ਹੋਈ ਹੈ भी जे करो। तो गुरु साहब कहते हैं भाई ਜਿਹੜੇ ऐसे प्यारे ਹੁੰਦੇ ਆ ਨਾ, ਅੱਜ ਸੰਸਾਰ ਦੇ ਵਿੱਚ गुरु साहब बख्शिश करते हैं, हों कुर्बाने ਜਿਹੜੇ अपने आप शहादत का जाम पी जाते हैं, जिमें साहिबजादे छोटे साहिबजादे ने शहादत का जाम पीता, जिमें ਵੱਡੇ साहिबजादे ने चमकौर के मैदान के विच शहादत का जाम पीता। गुरु साहब कहते हैं कि ਇਹੋ ਜਿਹੀਆਂ ਗੁਰਮੁਖ रूहां ਦੇ ऐसे प्यारिਆਂ ਦੇ असी कुर्बान जाने हैं। कौन? तिलंग राज दे विच साहिब श्री गुरु नानक देव जी ये गल बख्शिश करते हैं सानू की कहते हैं, हों कुर्बाने जाओ मेहरबाना, हों कुर्बाने जाओ, हों कुर्बाने जाओ तिना के लैन जो तेरा नाओ। जो तेरा नाम लैके सच्चे पातशाह तेरे तो इन्नी निडरता, इन्ना निरभौ हो जाना और सतनाम दे स्वरूप हो जाना, नाम सिमरन करते करते नाम रस की प्राप्ति, अमृत रस की प्राप्ति कर लेनी, और फिर उस परम पिता परमात्मा का एक ओंकार जिहड़ा सारी सृष्टि का करता है, उसका सेवक हो जाना, उसका पुजारी हो जाना। वो गुरमुख भाई जो तेरा नाम लैंदा ना सच्चे पातशाह, तो सानू असी उस तो मेहरबान है परम पिता परमात्मा, असी कुर्बान जाते हैं। कौन कह रहा? साहिब श्री गुरु नानक देव जी। मतलब गुरु नानक देव जी तो उदों कह गए, अज साडी पोजीशन ये है कि असी जे इहो जे गुरमुख प्यारे सानू मिलते हैं नाम लैण वाले, तो उन्हां तो कुर्बान जाना चाहिए, उन्हां दा सत्कार करना चाहिए, उन्हां दे चरनां दी धूड़ भी ये सानू प्राप्त हो जाए, तो साडे भाग चंगे हैं। सानू भी गुरु प्यार की प्राप्ति हो सकती है, सानू भी नाम अमृत की प्राप्ति हो सकती है। तो साध संगत जी इस तरह के नाल ही गुरु साहब कहते हैं, हों कुर्बाने जाओ तिना के लैन जो तेरा नाओ, लैन जो तेरा नाओ तिना के हों सद कुर्बाने जाओ। हुण गुरु साहब सानू बार बार ये गल कर रहे हैं, हे गुरमुख प्यारिओ, असी उस गुरमुख प्यारे तो जिसने नाम अमृत की प्राप्ति करके परमात्मा नाल मिलन करना,
ਅਸੀਂ ਉਸ ਤੋਂ ਬਲਿਹਾਰ ਜਾਂਦੇ ਹਾਂ। ਪਰ ਗੁਰੂ ਸਾਹਿਬ ਕਹਿੰਦੇ ਵੀ ਰੰਗ ਚੜ੍ਹਦਾ ਕਿਵੇਂ ਆ ਭਾਈ? ਇਹਦੀ ਵਿਧ ਹੈ ਕੀ ਹੈ? ਕਾਇਆ ਰੰਗਣ ਜੇਠੀਐ ਪਿਆਰੇ। ਕੋਈ ਗੁਰੂ ਦਾ ਪਿਆਰਾ ਹੋ ਕੇ ਜਦੋਂ ਆਪਣੇ ਆਪ ਨੂੰ ਚਾਹੁੰਦਾ ਕਿ ਮੈਨੂੰ ਪਰਮਾਤਮਾ ਦਾ ਰੰਗ ਚੜ੍ਹ ਜਾਵੇ, ਮੈਨੂੰ ਪਰਮਾਤਮਾ ਦੀ ਮਸਤੀ ਚੜ੍ਹ ਜਾਵੇ, ਮੈਨੂੰ ਪਰਮਾਤਮਾ ਦਾ ਨਾਮ ਅੰਮ੍ਰਿਤ ਜਿਹੜਾ ਮੇਰੇ ਹਿਰਦੇ ਦੇ ਵਿੱਚ ਰਸਣ ਲੱਗ ਜਾਵੇ, ਤੇ ਗੁਰੂ ਸਾਹਿਬ ਕਹਿੰਦੇ ਹੈ ਕਿ ਜਦੋਂ ਐਸੀ ਅਵਸਥਾ ਕਿਸੇ ਗੁਰਮੁਖ ਪਿਆਰੀ ਰੂਹ ਦੀ ਬਣ ਜਾਵੇ ਨਾ, ਤੇ ਫਿਰ ਗੁਰੂ ਸਾਹਿਬ ਕਹਿੰਦੇ ਪਾਈਐ ਨਾਉ ਮਜੀਠ। ਭਾਈ ਨਾਮ ਜੋ ਮਜੀਠ ਹੈ, ਪੱਕਾ ਰੰਗ ਹੈ। ਨਾਮ ਜਿਹੜਾ ਨਾ ਪਰਮਾਤਮਾ ਦਾ, ਉਹ ਸਭ ਤੋਂ ਪੱਕਾ ਹੈ, ਔਰ ਜਿਸ ਤੇ ਰੰਗ ਲੱਗ ਜਾਂਦਾ ਹੈ ਉਹ ਮੁੜ ਕੇ ਫਿੱਕਾ ਨਹੀਂ ਹੁੰਦਾ। ਐਸਾ ਗੂੜਾ ਰੰਗ ਹੈ, ਉਹ ਹਮੇਸ਼ਾ ਸਦੀਆਂ ਤਿੱਕਰ ਨਹੀਂ, ਅਨੇਕਾਂ ਜਨਮਾਂ ਤਿੱਕਰ ਇਹ ਰੰਗ ਜਿਹੜਾ ਹੈ ਪਰਮਾਤਮਾ ਦਾ ਗੁਰਮੁਖ ਪਿਆਰੀ ਰੂਹ ਨੂੰ ਲੱਗਿਆ ਰਹਿੰਦਾ ਹੈ। ਹੁਣ ਗੁਰੂ ਸਾਹਿਬ ਕਹਿੰਦੇ ਆ ਕਿ ਰੰਗਣ ਵਾਲਾ ਜੇਠੀਐ, ਰੰਗਣ ਵਾਲਾ ਜੇ ਰੰਗੈ ਸਾਹਿਬ। ਕਹਿੰਦੇ ਵੀ ਰੰਗਾਉਣਾ ਕਿਸ ਤੋਂ ਹੈ? ਇੱਕ ਰੰਗ ਹੁੰਦਾ ਹੈ ਕੱਚਾ ਕੁਸੰਭ ਦਾ। ਸੰਸਾਰ ਦੇ ਵਿੱਚ ਉਹ ਕੁਸੰਭ ਦਾ ਰੰਗ ਜਦੋਂ ਵੀ ਕਿਤੇ ਲੱਗਦਾ ਹੈ ਨਾ, ਤੇ ਉਹ ਜਦੋਂ ਪਾਣੀ ਪੈਂਦਾ ਹੈ ਉਦੋਂ ਉਹ ਢਲ ਕੇ ਪਾਣੀ ਦੇ ਵਿੱਚ ਥੱਲੇ ਢਹਿ ਜਾਂਦਾ, ਔਰ ਉਹ ਰੰਗ ਜਿਹੜਾ ਹੈ ਫਿੱਕਾ ਪੈ ਜਾਂਦਾ, ਖਤਮ ਹੋ ਜਾਂਦਾ ਹੈ। ਪਰ ਇੱਕ ਰੰਗ ਐਸਾ ਹੁੰਦਾ ਮਜੀਠ ਦਾ, ਜਿਹਨੂੰ ਸਦੀਆਂ ਤੱਕ ਰੱਖ ਲਓ, ਕੁਛ ਵੀ ਕਰੀ ਜਾਓ, ਪਾਣੀ ਦੇ ਵਿੱਚ ਰੱਖ ਦਿਓ, ਬਰਸਾਤਾਂ ਦੇ ਵਿੱਚ ਰੱਖ ਦਿਓ, ਕਿਤੇ ਵੀ ਰੱਖ ਦਿਓ, ਧੁੱਪ 'ਚ ਰੱਖ ਦਿਓ, ਉਹ ਕਦੇ ਵੀ ਫਿੱਕਾ ਨਹੀਂ ਪੈਂਦਾ। ਤੇ ਗੁਰੂ ਸਾਹਿਬ ਕਹਿੰਦੇ ਵੀ ਉਹ ਮਜੀਠ ਦਾ ਰੰਗ ਰੰਗਦਾ ਕੌਣ ਹੈ? ਜਦੋਂ ਗੁਰਮੁਖ ਪਿਆਰੀ ਰੂਹ ਨੂੰ ਨਾਮ ਦੇ ਰੰਗਣ ਦੀ ਲੋੜ ਪੈਂਦੀ ਹੈ ਨਾ, ਕਿ ਮੇਰੀ ਰੂਹ ਨਾਮ ਦੇ ਰੰਗ ਦੇ ਵਿੱਚ ਰੰਗੀ ਜਾਵੇ, ਤੇ ਗੁਰੂ ਸਾਹਿਬ ਨੇ ਸਾਨੂੰ ਇਹ ਦੱਸਿਆ ਹੈ ਕਿ ਉਹ ਰੰਗਦਾ ਕੌਣ ਹੈ। ਗੁਰੂ ਸਾਹਿਬ ਕਹਿੰਦੇ ਰੰਗਣ ਵਾਲਾ ਜੇ ਰੰਗੈ ਸਾਹਿਬ। ਕੌਣ ਰੰਗੇ? ਰੰਗਣ ਵਾਲਾ ਜੇ ਸਾਹਿਬ ਹੋਵੇ ਨਾ, ਪਰਮਾਤਮਾ ਹੋਵੇ, ਤੇ ਫਿਰ ਗੁਰੂ ਸਾਹਿਬ ਕਹਿੰਦੇ ਆ ਐਸਾ ਰੰਗ ਨਾ ਡੀਠ। ਉਹ ਐਸਾ ਰੰਗ ਰੰਗਦਾ ਹੈ ਕਿ ਉਹ ਮਜੀਠ ਰੰਗ ਹੁੰਦਾ, ਯਾਨੀ ਐਡਾ ਪੱਕਾ ਹੁੰਦਾ ਹੈ ਕਿ ਜ਼ਿੰਦਗੀਆਂ ਬੀਤ ਜਾਂਦੀਆਂ, ਜਨਮ ਬੀਤ ਜਾਂਦੇ ਹੈ। ਉਹ ਗੁਰਮੁਖ ਪਿਆਰੇ ਦੀ ਰੂਹ ਨੂੰ ਕਦੇ ਵੀ ਲੈਂਦਾ ਨਹੀਂ ਹੈ। ਔਰ ਗੁਰਮੁਖ ਪਿਆਰੇ ਦੀ ਰੂਹ ਜਦੋਂ ਪਰਮਾਤਮਾ ਦੀ ਖੁਸ਼ੀ ਨੂੰ ਪ੍ਰਾਪਤ ਕਰਕੇ, ਪਰਮਾਤਮਾ ਦੀ ਬਖਸ਼ਿਸ਼ ਪ੍ਰਾਪਤ ਕਰਕੇ, ਪਰਮ ਪਦ ਪ੍ਰਾਪਤ ਕਰਕੇ, ਜੀਵਤ ਪਦਵੀ ਪ੍ਰਾਪਤ ਕਰਕੇ, ਅਮਰਾ ਪਦ ਪ੍ਰਾਪਤ ਕਰਕੇ ਜਦੋਂ ਪਰਮਾਤਮਾ ਦੇ ਚਰਨਾਂ 'ਚ ਜਾਂਦੀ ਹੈ ਨਾ, ਤਾਂ ਉਹਨੂੰ ਕਵਲਿਆ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ। ਉਹ ਰੰਗ ਉਦੋਂ ਵੀ ਸਦਾ ਉਹਦੇ ਨਾਲ ਰਹਿੰਦਾ। ਉਹ ਰੰਗ ਰੰਗੀ ਹੋਈ ਰੂਹ ਜਿਹੜੀ ਆ ਹਮੇਸ਼ਾ ਪਰਮਾਤਮਾ ਦੀ ਰੰਗਤ ਦੇ ਵਿੱਚ, ਪਰਮਾਤਮਾ ਦੀ ਸੰਗਤ ਦੇ ਵਿੱਚ, ਪਰਮਾਤਮਾ ਦੀ ਪ੍ਰੇਮ ਦੇ ਵਿੱਚ, ਪਰਮਾਤਮਾ ਦੇ ਸੱਚਖੰਡ ਦੇ ਦੁਆਰੇ ਦੇ ਉੱਤੇ ਬੈਠ ਕੇ ਪਰਮਾਤਮਾ ਦੀ ਰਜ਼ਾ ਦੇ ਵਿੱਚ ਨਾਮ ਸਿਮਰਨ ਕਰਦੀ ਹੈ। ਐਸਾ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ। ਤੇ ਗੁਰੂ ਸਾਹਿਬ ਕਹਿੰਦੇ ਹੈ ਜਿਸ ਕੇ ਚੋਲੇ ਰਤੜੇ, ਜਿਨ ਕੇ ਚੋਲੇ ਰਤੜੇ ਪਿਆਰੇ। ਇਹ ਪਿਆਰਿਆ, ਤੂੰ ਜੇ ਪਰਮਾਤਮਾ ਨੂੰ ਪਿਆਰ ਕਰਨਾ ਹੈ ਨਾ, ਤੇ ਇੱਕ ਗੱਲ ਸਮਝ ਲੈ ਕਿ ਜਿਨ੍ਹਾਂ ਦੇ ਚੋਲੇ ਮਜੀਠ ਰੰਗ ਦੇ ਨਾਲ ਰੰਗੇ ਹੋਏ ਆ, ਰੱਤੇ ਹੋਏ ਵੇ, ਜਿਹੜੀਆਂ ਗੁਰਮੁਖ ਰੂਹਾਂ ਨਾਮ ਰੰਗ ਦੇ ਵਿੱਚ ਰੰਗੀਆਂ ਹੋਈਆਂ, ਰੱਤੀਆਂ ਹੋਈਆਂ, ਉਹ ਰੂਹਾਂ ਐਸੀਆਂ ਰੱਤੀਆਂ ਕਿ ਕੰਤ ਉਹਨਾਂ ਦੇ ਕੋਲ ਆਪਣੇ ਆਪ ਹੀ ਆ ਜਾਂਦਾ ਹੈ। ਭਾਵ ਪਰਮਾਤਮਾ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਵਸ ਗਿਆ, ਪਰਮਾਤਮਾ ਦਾ ਪਿਆਰ ਵਸ ਗਿਆ, ਉਹਨਾਂ ਦੇ ਚੋਲੇ ਜਿਹੜੇ, ਉਹਨਾਂ ਦੀਆਂ ਦੇਹਾਂ ਜਿਹੜੀਆਂ, ਉਹਨਾਂ ਦੀਆਂ ਆਤਮਾਵਾਂ ਜਿਹੜੀਆਂ, ਉਹ ਰੰਗਤ ਦੇ ਵਿੱਚ ਆ ਗਈਆਂ, ਗੁਰੂ ਦੇ ਰੰਗ ਦੇ ਵਿੱਚ ਆ ਗਈਆਂ, ਗੁਰੂ ਦੇ ਪਿਆਰ ਦੇ ਵਿੱਚ ਆ ਗਈਆਂ, ਗੁਰੂ ਦੇ ਨਾਮ ਰਸ ਦੇ ਵਿੱਚ ਆ ਗਈਆਂ। ਤੇ ਫਿਰ ਗੁਰੂ ਸਾਹਿਬ ਕਹਿੰਦੇ ਵੀ ਪਰਮਾਤਮਾ ਉਹਨਾਂ ਦੇ ਨਾਲ ਆਪਣੇ ਆਪ ਹੀ ਆ ਕੇ ਹਿਰਦੇ 'ਚ ਵਸ ਜਾਂਦਾ। ਕਿਵੇਂ? ਗੁਰੂ ਸਾਹਿਬ ਨੇ ਦੁਨਿਆਵੀ ਉਦਾਹਰਨ ਦਿੱਤੀ ਹੈ ਸਾਨੂੰ ਕਿ ਜਦੋਂ ਰੂਹਾਂ ਰੰਗੀਆਂ ਜਾਂਦੀਆਂ ਨਾ, ਤੇ ਸੰਸਾਰਿਕ ਉਦਾਹਰਨ ਇਹ ਦਿੱਤੀ ਹੈ ਕਿ ਜਿਹੜੀ ਸਾਡੀ ਰੂਹ ਜਾਂ ਸੰਸਾਰ ਦੇ ਵਿੱਚ ਜਿਹੜੀ ਇਸਤਰੀ ਪਰਮਾਤਮਾ ਆਪਣੇ ਪਿਆਰੇ ਦੇ ਰੰਗ ਦੇ ਵਿੱਚ, ਭਾਵ ਪਤੀ ਪਰਮਾਤਮਾ ਦੇ ਰੰਗ ਦੇ ਵਿੱਚ ਰੰਗੀ ਜਾਂਦੀ ਹੈ, ਉਹਨਾਂ ਦੇ ਕੋਲ ਪਰਮ ਪਿਤਾ ਪਰਮਾਤਮਾ ਦੀ ਕਿਰਪਾ ਨਾਲ ਉਹਨਾਂ ਦਾ ਪਤੀ ਜਿਹੜਾ ਹੈ ਆਪੇ ਹੀ ਸੰਗਤ ਕਰਨ ਆ ਜਾਂਦਾ, ਆਪੇ ਹੀ ਸੰਗ ਕਰ ਲੈਂਦਾ। ਕੰਤ ਤਿਨਾਂ ਕੇ ਪਾਸ, ਉਹਨਾਂ ਦੇ ਕੰਤ, ਉਹਨਾਂ ਦੇ ਮਾਲਕ, ਉਹਨਾਂ ਦੇ ਪਤੀ ਜਿਹੜੇ ਹੈ ਉਹ ਆਪਣੇ ਆਪ ਉਹਨਾਂ ਦੇ ਪਾਸ ਆ ਜਾਂਦੇ ਆ। ਹੁਣ ਗੁਰੂ ਸਾਹਿਬ ਕਹਿੰਦੇ ਆ ਕਿ ਧੂੜ ਤਿਨਾਂ ਕੀ ਜੇ ਮਿਲੇ ਜੀ,
ਉਹਨਾਂ ਗੁਰਮੁਖ ਪਿਆਰਿਆਂ ਦੀ, ਐਸੇ ਗੁਰਮੁਖ ਪਿਆਰਿਆਂ ਦੀ ਅੱਜ ਦੇ ਸੰਸਾਰ ਦੇ ਵਿੱਚ ਵੀ ਜੇ ਕਿਤੇ ਧੂੜ ਸਾਨੂੰ ਮਿਲ ਜਾਵੇ ਨਾ, ਤੇ ਗੁਰੂ ਸਾਹਿਬ ਕਹਿੰਦੇ ਆ, ਕਹੋ ਨਾਨਕ ਕੀ ਅਰਦਾਸ। ਤੁਸੀਂ ਇਹ ਕਹੋ ਭਾਈ ਸਾਡੇ ਨਾਨਕ ਦੀ ਅਰਦਾਸ ਹੈ ਜਾਂ ਸਾਡੀ ਅਰਦਾਸ ਹੈ। ਅੱਜ ਦੇ ਯੁੱਗ ਦੇ ਵਿੱਚ ਅਸੀਂ ਅਰਦਾਸ ਕਰਨੀ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ ਅਸੀਂ ਅੱਜ ਕਰਨੀ ਹੈ। ਸੱਚੇ ਪਾਤਸ਼ਾਹ ਸਾਡੀ ਅਰਦਾਸ ਹੈ ਕਿ ਸਾਨੂੰ ਐਸੇ ਗੁਰਮੁਖ ਪਿਆਰਿਆਂ ਦਾ ਮਿਲਣ ਦੇ, ਸਾਨੂੰ ਧੂੜ ਦੇ ਉਹਨਾਂ ਦੀ। ਤੇ ਗੁਰੂ ਸਾਹਿਬ ਕਹਿੰਦੇ ਇਹ ਪ੍ਰਮਾਤਮਾ ਦਾ ਖੇਲ ਹੈ, ਆਪੇ ਹੀ ਕਰਦਾ ਉਹ ਸਾਰਾ ਕੁਝ। ਰੂਹ ਨੇ ਸਿਰਫ ਇੰਨੀ ਬੇਨਤੀ ਕਰਨੀ ਹੈ ਤੇ ਉਹ ਪ੍ਰਮਾਤਮਾ ਆਪਣੇ ਆਪ ਹੀ ਕਰਦਾ, ਔਰ ਉਸ ਨੂੰ ਰੰਗ ਲੱਗ ਜਾਂਦਾ। ਔਰ ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਅਤ ਹੈ ਸੂਰਾ। ਔਰ ਜਿਹੜਾ ਸੂਰਾ ਹੋ ਜਾਂਦਾ ਹੈ ਉਹ ਸੇਵਕ ਪ੍ਰਮਾਤਮਾ ਦਾ ਪੁਜਾਰੀ ਤਾਂ ਹੁੰਦਾ ਹੀ ਹੈ, ਸਤਨਾਮ ਦਾ ਪਿਆਰਾ ਤਾਂ ਹੁੰਦਾ ਹੀ ਹੈ, ਨਾਮ ਦਾ ਰੰਗ ਉਹਨੂੰ ਚੜਿਆ ਹੀ ਹੁੰਦਾ ਹੈ। ਉਹ ਨਿਰਭਉ ਵੀ ਹੋ ਜਾਂਦਾ, ਔਰ ਨਿਡਰ ਵੀ ਹੋ ਜਾਂਦਾ, ਔਰ ਮੌਤ ਤੋਂ ਡਰਦਾ ਨਹੀਂ ਹੈ। ਉਹ ਸ਼ਹਾਦਤ ਦਾ ਜਾਮ ਪੀਂਦਾ। ਤੇ ਗੁਰੂ ਸਾਹਿਬ ਕਹਿੰਦੇ ਆਪੇ ਸਾਜੈ ਆਪੇ ਰੰਗੇ। ਉਹ ਪਰਮਪਿਤਾ ਪਰਮਾਤਮਾ ਇਹਨਾਂ ਰੂਹਾਂ ਨੂੰ ਜੋ ਪਰਮਾਤਮਾ ਦੇ ਰੰਗ ਦੇ ਵਿੱਚ ਰੰਗੀਆਂ ਜਾਂਦੀਆਂ, ਉਹਨਾਂ ਨੂੰ ਆਪ ਹੀ ਸਾਜਦਾ ਹੈ, ਆਪ ਹੀ ਆਪਣੀ ਕਿਰਪਾ ਨਾਲ ਉਹਨਾਂ ਦੇ ਨਾਮ ਦਾ ਰੰਗ ਚੜਾ ਦਿੰਦਾ ਹੈ, ਔਰ ਆਪੇ ਹੀ ਕਿਰਪਾ ਕਰਦਾ ਉਹਨਾਂ ਦੇ ਉੱਤੇ। ਜਿੰਨੀ ਵੀ ਕਿਰਪਾ ਹੁੰਦੀ ਹੈ ਪਰਮਾਤਮਾ ਦੀ ਬਖਸ਼ਿਸ਼ ਨਾਲ ਉਹਨਾਂ ਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ। ਪਰਮਾਤਮਾ ਦੀ ਬਖਸ਼ਿਸ਼ ਨਾਲ ਉਹਨਾਂ ਦੇ ਨਾਮ ਅੰਮ੍ਰਿਤ ਦੀ ਰਸਨਾ ਰਸਦੀ ਹੈ, ਔਰ ਨਾਮ ਅੰਮ੍ਰਿਤ ਦੇ ਸਦਕਾ ਹੀ ਉਹ ਹਮੇਸ਼ਾ ਮਸਤ ਰਹਿੰਦੇ ਆ, ਨਸ਼ਾਏ ਰਹਿੰਦੇ ਆ। ਨਾਮ ਖੁਮਾਰੀ ਨਾਨਕਾ ਐਸੀ ਖੁਮਾਰੀ ਉਹਨਾਂ ਨੂੰ ਮਸਤੀ ਮਿਲ ਜਾਂਦੀ ਹੈ ਕਿ ਉਹ ਹਮੇਸ਼ਾ ਨਸ਼ਾਏ ਰਹਿੰਦੇ ਆ। ਤੇ ਗੁਰੂ ਸਾਹਿਬ ਅੱਗੇ ਕਹਿੰਦੇ ਆ ਕਿ ਨਾਨਕ ਕਾਵਣ ਕੰਤੇ ਭਾਵੈ ਆਪੇ ਹੀ ਰਾਵੇ। ਜਦੋਂ ਪਰਮਾਤਮਾ ਦੀ ਕਿਰਪਾ ਹੁੰਦੀ ਹੈ, ਕਾਮਣ ਮਤਲਬ ਔਰਤ ਸੰਸਾਰ ਦੇ ਵਿੱਚ, ਗੁਰੂ ਸਾਹਿਬ ਨੇ ਸੰਸਾਰ ਦੀ ਉਦਾਹਰਨ ਦਿੱਤੀ ਹੈ। ਔਰ ਸਾਡੀ ਵੈਸੇ ਕਾਮਣ ਸਾਡੀ ਰੂਹ ਵੀ ਪਰਮਾਤਮਾ ਦੀ ਪਤਨੀ ਹੈ, ਪਰ ਸੰਸਾਰ ਦੀ ਉਦਾਹਰਨ ਦੇ ਕੇ ਉਹਨੂੰ ਗੁਰੂ ਸਾਹਿਬ ਨੇ ਕਿਹਾ ਕਿ ਜਦੋਂ ਪਤਨੀ ਕਾਮਣ ਕੰਤੇ ਭਾਵੈ, ਕੰਤ ਨੂੰ ਭਾ ਜਾਂਦੀ ਹੈ, ਭਾਵ ਕੰਤ ਪਿਆਰ ਕਰਨ ਲੱਗ ਜਾਂਦਾ ਉਸ ਨੂੰ, ਜਿਵੇਂ ਪਰਮਾਤਮਾ ਸਾਡੀ ਰੂਹ ਨੂੰ ਪਿਆਰ ਕਰਨ ਲੱਗ ਜਾਵੇ, ਤੇ ਫਿਰ ਗੁਰੂ ਸਾਹਿਬ ਕਹਿੰਦੀ ਹੈ ਆਪੇ ਹੀ ਰਾਵੇ। ਉਹ ਪਰਮਪਿਤਾ ਪਰਮਾਤਮਾ ਉਸ ਕਾਮਣ ਨੂੰ ਆਪ ਹੀ ਰਾਵਣ, ਆਪ ਹੀ ਸਿਮਰਨ ਕਰਨਾ, ਆਪ ਹੀ ਯਾਦ ਕਰਨਾ ਸ਼ੁਰੂ ਕਰ ਦਿੰਦਾ ਹੈ। ਉਹਦੀ ਇੰਨੀ ਪਿਆਰੀ ਹੋ ਜਾਂਦੀ ਹੈ ਉਹ ਰੂਹ ਕਿ ਉਹ ਪਰਮਪਿਤਾ ਪਰਮਾਤਮਾ ਉਸ ਨੂੰ ਯਾਦ ਕਰਦਾ। ਜਿਵੇਂ ਕਬੀਰ ਸਾਹਿਬ ਕਹਿੰਦੇ ਆ, ਕਬੀਰ ਮਨ ਨਿਰਮਲ ਭਇਆ। ਜਦੋਂ ਸਾਡੇ ਨਾਮ ਰੰਗ ਲੱਗ ਗਿਆ, ਜਦੋਂ ਮਨ ਸਾਡਾ ਨਿਰਮਲ ਹੋ ਗਿਆ, ਜਦੋਂ ਪਰਮਾਤਮਾ ਦੀ ਕਿਰਪਾ ਹੋਈ, ਸਾਡਾ ਤਨ ਵੀ ਜਿਹੜਾ ਹੈ ਉਹ ਨਿਰਮਲ ਹੋ ਗਿਆ, ਤੇ ਉਦੋਂ ਪਰਮਪਿਤਾ ਪਰਮਾਤਮਾ ਦੀ ਕਿਰਪਾ ਹੁੰਦੀ ਹੈ, ਆਪੇ ਹੀ ਰਾਵੇ। ਪਰਮਾਤਮਾ ਉਸ ਨੂੰ ਸਿਮਰਨ, ਉਸ ਨੂੰ ਯਾਦ ਕਰਨਾ, ਉਸ ਨੂੰ ਲੱਭਣਾ ਸ਼ੁਰੂ ਕਰ ਦਿੰਦਾ ਹੈ। ਮਨ ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਤੋਂ ਭਾਈ ਗੁਰਮੁਖ ਪਿਆਰਿਓ, ਐਸੇ ਗੁਰਮੁਖ ਪਿਆਰੇ ਜਦੋਂ ਅੱਜ ਵੀ ਇਸ ਯੁੱਗ ਦੇ ਵਿੱਚ ਬਣਦੇ ਹਨ, ਉਹ ਸ਼ਹਾਦਤਾਂ ਦਾ ਜਾਮ ਪੀਣ ਨੂੰ ਡਰਦੇ ਨਹੀਂ ਹੈ, ਉਹ ਮੌਤ ਤੋਂ ਡਰਦੇ ਨਹੀਂ। ਉਹ ਪਰਮਾਤਮਾ ਦੇ ਪਿਆਰ ਦੇ ਵਿੱਚ, ਆਪਣੇ ਰੰਗਤ ਦੇ ਵਿੱਚ ਰੰਗੇ ਹੋਏ ਜਿਹੜੇ ਹੈ, ਆਪਣੇ ਜੀ ਨੂੰ, ਆਪਣੇ ਤਨ ਨੂੰ, ਆਪਣੇ ਸਾਰੇ ਹੀ ਤਾਮ ਝਾਮ ਨੂੰ, ਸਾਰੇ ਜੋ ਵੀ ਉਹਨਾਂ ਨੇ ਇਕੱਠਾ ਕੀਤਾ ਹੁੰਦਾ ਉਸ ਨੂੰ ਨਿਸ਼ਾਵਰ ਕਰ ਦਿੰਦੇ ਆ। ਤਾਂ ਸਾਧ ਸੰਗਤ ਜੀ, ਇੰਨੀਆਂ ਵਿਚਾਰਾਂ ਕਰਦਾ ਹੋਇਆ ਦਾਸ ਸ਼ਮਾ ਦਾ ਜਾਚਕ ਹੈ। ਕੱਲ੍ਹ ਤੋਂ ਆਪ ਨੂੰ ਇਤਿਹਾਸ ਦੇ ਨਾਲ ਜੋੜਾਂਗੇ। ਬੱਚੇ ਵੈਸੇ ਤਾਂ ਅੱਜ ਟਾਈਮ ਸੀ, ਪਰ ਮੈਂ ਪਿੱਛੋਂ ਵਿਚਾਰ ਕਰਨ ਲੱਗਿਆ, ਹੁਣ ਸਵੇਰੇ ਵਿਚਾਰ ਉਸ ਹਿਸਾਬ ਨਾਲ ਚੱਲਦਾ ਰਹੇਗਾ। ਤੋ ਵਿਚਾਰ ਦਾਸ ਵੀ ਕਰੇਗਾ, ਔਰ ਸਾਡੇ ਮਹਾਨ, ਮੈਂ ਬਹੁਤ ਮਿੱਠੀ ਆਵਾਜ਼ ਵਾਲੀ ਹਸਤੀ ਜਿਹੜੀ ਕਿ ਗੁਰਦਿਆਲ ਸਿੰਘ ਜੀ ਐਲਨਾਬਾਦ ਵਾਲੇ, ਬਹੁਤ ਇਹਨਾਂ ਨੂੰ ਸੁਣਿਆ ਮੈਂ, ਬਹੁਤ ਸੋਹਣੀ ਸੁੰਦਰ ਆਵਾਜ਼ ਹੈ, ਔਰ ਆਪ ਜੀ ਨੂੰ ਕੀਰਤਨ ਵੀ ਸੁਣਾਉਣਗੇ ਔਰ ਇਤਿਹਾਸ ਵੀ ਸੁਣਾਉਣਗੇ। ਆਓ ਵਿਚਾਰਾਂ ਕਰਦੇ ਹੋਏ ਜੇ ਕੋਈ ਸ਼ਮਾ ਗਲਤੀ ਹੋਵੇ ਤੇ ਸ਼ਮਾ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਸਾਧ ਸੰਗਤ ਜੀ, ਵਾਹਿਗੁਰੂ ਜੋਤ ਚੈਨਲ ਨੂੰ ਸਬਸਕ੍ਰਾਈਬ ਕਰੋ, ਸੈਂਡ ਕਰੋ, ਲਾਈਕ ਕਰੋ ਐਂਡ ਸੇਵ ਕਰੋ। ਆਪ